ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਦੁੱਖ ਨਾਸ ਕਿਵੇਂ ਹੋਵੇ, ਖਤਮ ਕਿਵੇਂ ਹੋਵੇ। ਅੱਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਅਨੁਸਾਰ ਆਪਾਂ ਇਸ ਸਵਾਲ ਦੇ ਉੱਤਰ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿ ਦੁੱਖ ਨਾਸ ਕਿਵੇਂ ਹੋਵੇ। ਹਰ ਵਕਤ ਅੰਦਰ ਇਹੀ ਸੋਚਣੀ ਰਹਿੰਦੀ ਹੈ ਕਿ ਦੁੱਖ ਖਤਮ ਕਿਵੇਂ ਹੋਵੇ। ਜਿਵੇਂ ਜਿਵੇਂ ਮਨੁੱਖ ਦੁੱਖ ਦੀ ਨਿਵਰਤੀ ਦੇ ਸਾਧਨ ਲੱਭਦਾ ਹੈ, ਉਸੇ ਤਰੀਕੇ ਨਾਲ ਅੱਜ ਦੇ ਦੌਰ ਵਿੱਚ ਦੇਖਿਆ ਜਾਂਦਾ ਹੈ ਕਿ ਦੁੱਖ ਵੱਧਦਾ ਜਾਂਦਾ ਹੈ। ਚਾਹਤ ਤਾਂ ਸੁੱਖ ਦੀ ਹੈ, ਪਰ ਦੁੱਖ ਕਿਉਂ ਵੱਧਦਾ ਜਾ ਰਿਹਾ ਹੈ? ਦੁੱਖ ਮਨੁੱਖ ਦੀ ਚਾਹਤ ਨਹੀਂ ਹੈ। ਜਿਸ ਦੀ ਮੰਗ ਨਹੀਂ ਹੈ ਉਹ ਮਿਲਦਾ ਜਾ ਰਿਹਾ, ਜਿਸ ਦੀ ਮੰਗ ਹੈ ਉਹ ਪ੍ਰਾਪਤੀ ਨਹੀਂ ਹੁੰਦਾ। ਇਹੀ ਮੂਲ ਸਮੱਸਿਆ ਹੈ। ਜੇ ਹੁਣ ਦੁੱਖ ਹੈ ਤੇ ਧਾਰਮਿਕ ਗਿਆਨ ਕਹਿੰਦਾ ਹੈ ਕਿ ਇਸ ਦਾ ਵੀ ਕੋਈ ਕਾਰਨ ਹੈ, ਬਿਨਾਂ ਕਾਰਨ ਤੋਂ ਕੁਝ ਵੀ ਨਹੀਂ ਹੋ ਸਕਦਾ। ਜੇ ਗਹਿਰਾਈ ਵਿੱਚ ਜਾਈਏ ਤਾਂ ਤਮਾਮ ਧਾਰਮਿਕ ਵਿਦਵਾਨਾਂ ਨੇ ਦੱਸਿਆ ਹੈ, ਇੱਛਾ, ਖਾਹਿਸ਼ ਅਤੇ ਮੰਗ। ਇੱਛਾ ਪ੍ਰਵਾਹ ਦੀ ਤਰ੍ਹਾਂ ਚੱਲਦੀ ਹੈ, ਜਿਵੇਂ ਦਰਿਆ ਦੇ ਵਿੱਚ ਪਾਣੀ ਦਾ ਪ੍ਰਵਾਹ ਚੱਲਦਾ ਹੈ। ਇੱਛਾ ਦੇ ਪਿੱਛੇ ਇੱਛਾ ਤੇ ਉਸਦੇ ਪਿੱਛੇ ਹੋਰ ਇੱਛਾ, ਇਸ ਤਰੀਕੇ ਨਾਲ ਇੱਕ ਨਿਰੰਤਰ ਇੱਛਾਵਾਂ ਦੇ ਪਿੱਛੇ ਇੱਛਾਵਾਂ ਆਉਂਦੀਆਂ ਰਹਿੰਦੀਆਂ ਹਨ, ਜਿਸ ਦੇ ਕਾਰਨ ਦੁੱਖ ਵੀ ਲਗਾਤਾਰ ਵੱਧਦਾ ਜਾਂਦਾ ਹੈ। ਇੱਕ ਮਾਸੂਮ ਬੱਚਾ ਇੰਨਾ ਦੁਖੀ ਨਹੀਂ ਜਿੰਨਾ ਜਵਾਨ ਹੈ, ਤੇ ਇੱਕ ਜਵਾਨ ਉਨਾ ਦੁਖੀ ਨਹੀਂ ਜਿੰਨਾ ਇੱਕ ਬੁੱਢਾ ਬੰਦਾ ਹੈ। ਸਰੀਰ ਕਮਜ਼ੋਰ ਹੋ ਗਿਆ, ਇਸ ਕਰਕੇ ਦੁੱਖ ਨਹੀਂ। ਇੱਛਾਵਾਂ ਵੱਧ ਗਈਆਂ ਨੇ, ਤਣਾਅ ਵੱਧ ਗਿਆ ਹੈ, ਬੋਝ ਵੱਧ ਗਿਆ ਹੈ। ਇੱਛਾ ਤਾਂ ਇੱਕ ਮਾਸੂਮ ਬੱਚੇ ਦੇ ਅੰਦਰ ਵੀ ਹੈ, ਪਰ ਬਹੁਤ ਥੋੜੀ ਹੈ। ਉਮਰ ਦੇ ਵਧਦਿਆਂ ਇੱਛਾਵਾਂ ਦਾ ਪ੍ਰਵਾਹ ਨਿਰੰਤਰ ਵੱਧਦਾ ਜਾਂਦਾ ਹੈ। ਜਿਵੇਂ ਸ਼ੁਰੂ ਵਿੱਚ ਦਰਿਆ ਕਿਸੇ ਪਹਾੜ ਦੇ ਵਿੱਚੋਂ ਨਿਕਲਦਾ ਹੈ, ਇੱਕ ਨਿੱਕਾ ਜਿਹਾ ਝਰਨਾ ਹੀ ਹੁੰਦਾ ਹੈ। ਗੰਗੋਤਰੀ ਤੋਂ ਜਦੋਂ ਗੰਗਾ ਨਿਕਲਦੀ ਹੈ ਤਾਂ ਉਦੋਂ ਛੋਟੀ ਜਿਹੀ ਧਾਰਾ ਹੈ, ਤੇ ਜਦੋਂ ਗੋਦਾਵਰੀ ਨੂੰ ਦੇਖਦੇ ਹਾਂ ਜਿੱਥੋਂ ਉਹ ਨਿਕਲਦੀ ਹੈ ਉਸਨੂੰ ਤ੍ਰਿੰਬਕ ਕਹਿੰਦੇ ਹਨ। ਇੱਕ ਦੋ ਬੂੰਦ ਪਹਾੜ ਵਿੱਚੋਂ ਟਪਕਦੀ ਹੈ, ਤ੍ਰਿਪਤਦੀ ਹੈ, ਇਸੇ ਵਾਸਤੇ ਉਸ ਜਗ੍ਹਾ ਦਾ ਨਾਮ ਤ੍ਰਿੰਬਕ ਹੈ। ਤੇ ਤੁਸੀਂ ਹੈਰਾਨ ਹੋਵੋਗੇ ਕਿ ਇਹੀ ਤ੍ਰਿੰਬਕ ਤੋਂ ਅੱਗੇ ਜਾ ਕੇ ਬਹੁਤ ਵੱਡਾ ਦਰਿਆ ਬਣ ਜਾਂਦਾ ਹੈ। ਇੰਨੀ ਵੱਡੀ ਨਦੀ ਉਹੀ ਗੋਦਾਵਰੀ ਜੋ ਹਜ਼ੂਰ ਸਾਹਿਬ ਜੀ ਦੇ ਕੋਲੋਂ ਲੰਘਦੀ ਹੈ। ਇੱਧਰੋਂ ਉੱਧਰੋਂ ਝਰਨੇ ਆ ਕੇ ਲਗਾਤਾਰ ਵੱਧਦੇ ਗਏ, ਫਿਰ ਨਦੀ ਬਣ ਗਈ, ਦਰਿਆ ਬਣ ਗਈ, ਧਾਰਾ ਦੇ ਵਿੱਚ ਹੋਰ ਧਾਰਾ ਸ਼ਾਮਲ ਹੁੰਦੀ ਗਈ। ਇਸੇ ਤਰੀਕੇ ਦੇ ਨਾਲ ਜਦੋਂ ਮੰਗਾਂ ਦੇ ਨਾਲ ਹੋਰ ਮੰਗਾਂ ਰਲਦੀਆਂ ਜਾਂਦੀਆਂ ਨੇ, ਇੱਛਾਵਾਂ ਦੇ ਵਿੱਚ ਹੋਰ ਇੱਛਾਵਾਂ ਸ਼ਾਮਲ ਹੁੰਦੀਆਂ ਜਾਂਦੀਆਂ ਨੇ, ਇਹਨਾਂ ਇੱਛਾਵਾਂ ਦਾ ਪ੍ਰਵਾਹ ਇੱਕ ਦਰਿਆ ਦੀ ਤਰ੍ਹਾਂ ਬਣ ਜਾਂਦਾ ਹੈ। ਤੇ ਇਸੇ ਬਹਾਓ ਦੇ ਵਿੱਚ ਮਨੁੱਖ ਦੀ ਇਨਸਾਨੀਅਤ ਰੁੜ ਜਾਂਦੀ ਹੈ। ਅਸੀਂ ਇਸੇ ਬਹਾਓ ਦੇ ਵਿੱਚ ਸਾਰੇ ਦੇ ਸਾਰੇ ਰੁੜ ਜਾਂਦੇ ਹਾਂ। ਮਨੁੱਖ ਦੇ ਸਾਰੇ ਧਾਰਮਿਕ ਕਰਮ ਰੁੜ ਜਾਂਦੇ ਹਨ ਅਤੇ ਕੁਝ ਵੀ ਨਹੀਂ ਰਹਿੰਦਾ। ਅਗਰ ਮਨੁੱਖ ਦੇ ਹਿਰਦੇ ਦੇ ਵਿੱਚ ਕੁਝ ਰਹਿੰਦਾ ਹੈ ਤੇ ਕੇਵਲ ਇੱਛਾਵਾਂ ਦਾ ਪ੍ਰਵਾਹ ਅਤੇ ਉਸ ਦੇ ਨਾਲ ਪੈਦਾ ਹੋਣ ਵਾਲਾ ਦੁੱਖ। ਜੋ ਸਤਸੰਗੀ ਅਭਿਆਸ ਕਰਦੇ ਹੋਣਗੇ, ਅਭਿਆਸ ਦਾ ਮਤਲਬ ਥੋੜਾ ਜਿਹਾ ਅੰਤਰਮੁਖੀ ਹੁੰਦੇ ਹੋਣਗੇ, ਦੇਖ ਕੇ ਹੈਰਾਨ ਹੋ ਜਾਂਦੇ ਹੋਣਗੇ ਕਿ ਅੰਦਰ ਤੇ ਇੱਛਾਵਾਂ ਦਾ ਨਿਰੰਤਰ ਪ੍ਰਵਾਹ ਚੱਲ ਰਿਹਾ। ਜਿਨ੍ਹਾਂ ਦੀ ਇੱਛਾ ਅਜੇ ਬਾਹਰੋਂ ਕੁਝ ਪ੍ਰਾਪਤ ਕਰਨ ਦੀ ਤੇ ਸੁੱਖ ਮਿਲਣ ਦੀ ਹੈ, ਇਹ ਮਨੁੱਖ ਅੰਤਰਮੁਖੀ ਨਹੀਂ ਹੋ ਸਕਦਾ। ਕਿਉਂ? ਇੱਛਾਵਾਂ ਦਾ ਪ੍ਰਵਾਹ ਰੋਜ਼ ਵੱਧਦਾ ਜਾ ਰਿਹਾ ਹੈ। ਵਗਦੀ ਹੋਈ ਧਾਰਾ ਦੇ ਵਿੱਚ ਹੋਰ ਝਰਨਾ ਦਾ ਮਿਲਣਾ। ਭਾਰਤ ਦੇ ਵਿੱਚ ਜਿਹੜੀ ਨਰਮਦਾ ਨਦੀ ਵਗਦੀ ਹੈ, ਸੂਰਤ ਦੇ ਕੋਲੋਂ ਲੰਘਦੀ ਹੈ, ਬਹੁਤ ਸਾਰਾ ਗੁਜਰਾਤ ਲੰਘ ਕੇ ਅਰਬ ਦੀ ਖਾੜੀ ਵਿੱਚ ਲੀਨ ਹੁੰਦੀ ਹੈ। ਮੱਧ ਭਾਰਤ ਦੇ ਕੋਲੋਂ, ਛੱਤੀਸਗੜ੍ਹ ਕੋਲੋਂ, ਉਹਦੇ ਕੋਲ ਤਕਰੀਬਨ 70 ਧਾਰਾਵਾਂ ਆ ਕੇ ਰਲ ਜਾਂਦੀਆਂ ਨੇ ਅਤੇ ਬੜਾ ਕੁਝ ਉਹ ਰੋੜ ਕੇ ਲੈ ਜਾਂਦੀਆਂ ਹਨ। ਇੱਕ ਭਿਅੰਕਰ ਤੂਫਾਨੀ ਹੜ੍ਹ ਆ ਜਾਂਦਾ ਹੈ। ਇਸੇ ਤਰੀਕੇ ਨਾਲ ਜਦੋਂ ਮਨੁੱਖ ਦੇ ਅੰਦਰ ਇੰਨੀਆਂ ਸਾਰੀਆਂ ਇੱਛਾਵਾਂ ਰਲ ਜਾਂਦੀਆਂ ਹਨ, ਉਸ ਦਾ ਨਿਤਨੇਮ ਵੀ ਰੁੜ ਜਾਂਦਾ ਹੈ, ਉਸ ਦੇ ਧਾਰਮਿਕ ਕਰਮ ਵੀ ਰੁੜ ਜਾਂਦੇ ਹਨ, ਸਾਰਾ ਸੁੱਖ ਚੈਨ ਵੀ ਰੁੜ ਜਾਂਦਾ ਹੈ। ਇਹ ਬਹਾਓ ਤਾਂ ਰੁਕੇ ਜੇ ਇੱਛਾਵਾਂ ਸਾਰੀਆਂ ਪੂਰੀਆਂ ਹੋਣ। ਇੱਕ ਪੰਕਤੀ ਬੜੀ ਕੀਮਤੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਫਰਮਾਨ ਹੈ, ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ। ਜਿਸ ਦਿਨ ਉਹ ਅਗਮ ਮਿਲਦਾ ਹੈ, ਉਸ ਦਿਨ ਸਾਰੀਆਂ ਇੱਛਾਵਾਂ ਦੀ ਪੂਰਤੀ ਹੋ ਜਾਂਦੀ ਹੈ, ਭਾਵ ਇੱਛਾ ਰਹਿੰਦੀ ਹੀ ਨਹੀਂ। ਵੈਸੇ ਇੱਛਾਵਾਂ ਇਤਨੀਆਂ ਨੇ ਕਿ 1000 ਜਨਮ ਵੀ ਲਈਏ ਤਾਂ ਪੂਰੀਆਂ ਨਹੀਂ ਹੋ ਸਕਦੀਆਂ। ਜੀਵਨ ਬਹੁਤ ਛੋਟਾ ਹੈ, ਇੱਛਾਵਾਂ ਬਹੁਤ ਜ਼ਿਆਦੀਆਂ ਹਨ। ਉਹ ਤਾਂ ਇੱਕ ਬਹੁਤ ਵੱਡੇ ਦਰਿਆ ਦੇ ਪ੍ਰਵਾਹ ਦੀ ਤਰ੍ਹਾਂ ਚੱਲ ਰਹੀਆਂ ਨੇ ਤੇ ਸਾਰੀਆਂ ਦੀਆਂ ਸਾਰੀਆਂ ਪੂਰੀਆਂ ਹੋ ਹੀ ਨਹੀਂ ਸਕਦੀਆਂ। ਧਾਰਮਿਕ ਵਿਦਵਾਨਾਂ ਦੇ ਅਨੁਭਵ ਵਿੱਚ ਆਇਆ ਹੈ ਕਿ ਜੇ ਸਾਨੂੰ ਅੱਜ ਤੱਕ ਜੋ ਕੁਝ ਮਿਲਿਆ ਹੈ, ਅਸੀਂ ਇਸ ਦੀ ਮੰਗ ਕੀਤੀ ਸੀ, ਇੱਛਾ ਸੀ। ਆਖੈ ਮੰਗੈ ਜਪਜੀ ਸਾਹਿਬ ਦੇ ਵਿੱਚ ਹੈ, ਮੰਗਦੇ ਨੇ, ਮੰਗ ਪੁਣਾ ਤੇ ਹਟਦਾ ਨਹੀਂ। ਬੜੀ ਕੀਮਤੀ ਪੰਕਤੀ ਹੈ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੀ। ਜੋ ਕੁਝ ਵੀ ਅੱਜ ਸਾਡੇ ਕੋਲ ਹੈ, ਮੰਗਿਆ ਸੀ। ਤੁਸੀਂ ਆਖੋਗੇ ਦੁੱਖ ਸਾਡੇ ਕੋਲ ਹੈ, ਇਹ ਤੇ ਨਹੀਂ ਮੰਗਿਆ, ਇਹ ਕਿਵੇਂ ਮੰਨ ਲਈਏ? ਮੰਗਿਆ ਤੇ ਸੁੱਖ ਸੀ, ਦੁੱਖ ਕਿਵੇਂ ਮੰਗਿਆ ਹੋਵੇਗਾ? ਆਪਣੇ ਲਈ ਨਹੀਂ ਤੇ ਕਿਸੇ ਹੋਰ ਲਈ ਮੰਗਿਆ ਹੋਵੇਗਾ। ਉਹ ਜਿਹੜਾ ਕਿਸੇ ਲਈ ਮੰਗਿਆ
ਉਸ ਨੂੰ ਹੁਣ ਦੁੱਖ ਦੇਣਾ ਹੈ ਤੇ ਪਹਿਲਾਂ ਤੇਰੇ ਕੋਲ ਆਪਣੇ ਕੋਲ ਵੀ ਹੋਣਾ ਚਾਹੀਦਾ ਹੈ। ਮੈਂ ਕਿਸੇ ਨੂੰ ਉਹੋ ਹੀ ਚੀਜ਼ ਦੇ ਸਕਦਾ ਜੋ ਮੇਰੇ ਕੋਲ ਹੋਵੇ। ਜੇ ਮੇਰੇ ਕੋਲ ਹੈ ਹੀ ਨਹੀਂ ਤੇ ਮੈਂ ਕਿੱਥੋਂ ਦਿਆਂਗਾ। ਇਸ ਕਰਕੇ ਇੱਕ ਰੱਬੀ ਨਿਯਮ ਹੈ, ਜੋ ਤੂੰ ਕਿਸੇ ਲਈ ਮੰਗ ਰਿਹਾ ਹੈ ਪਹਿਲਾਂ ਤੈਨੂੰ ਮਿਲੇਗਾ, ਫਿਰ ਉਸ ਨੂੰ ਦੇਵੀਂ। ਸਾਰੇ ਸੰਸਾਰ ਵਿੱਚ ਲੋਕੀ ਗਿਲੇ ਕਰਦੇ ਮਿਲਣਗੇ, ਪੁੱਤਰ ਨੇ ਦੁੱਖ ਦਿੱਤਾ, ਮਾਂ ਬਾਪ ਤੋਂ ਦੁਖੀ ਹਾਂ, ਪਤਨੀ ਤੋਂ ਦੁਖੀ ਹਾਂ, ਪਤੀ ਤੋਂ, ਭਰਾ ਤੋਂ, ਪੜੋਸੀ ਤੋਂ, ਇਸ ਰਾਜਨੀਤੀ ਤੋਂ ਦੁਖੀ ਹਾਂ, ਜਾਂ ਕਿਸੇ ਹੁਕਮਰਾਨ ਤੋਂ ਦੁਖੀ ਹਾਂ। ਦੁੱਖ ਮਿਲਦਾ ਹੈ, ਇਸੇ ਤਰ੍ਹਾਂ ਆਖਿਆ ਜਾਂਦਾ ਹੈ ਨਾ। ਅਨੁਭਵੀ ਗੱਲ ਇਹ ਹੈ ਕਿ ਜਿਸ ਤੋਂ ਦੁੱਖ ਮਿਲ ਰਿਹਾ ਹੈ ਮੈਂ ਮੰਗਿਆ ਸੀ, ਬਿਨਾਂ ਮੰਗਿਆ ਕੁਛ ਨਹੀਂ ਮਿਲਦਾ। ਕਹਿੰਦੇ ਨੇ ਬੱਚਾ ਰੋਵੇ ਨਾ ਤੇ ਮਾਤਾ ਵੀ ਉਸ ਨੂੰ ਦੁੱਧ ਨਹੀਂ ਦਿੰਦੀ। ਬਹੁਤ ਕੁਝ ਅਸੀਂ ਮੰਗਦੇ ਹਾਂ ਪਰਮਾਤਮਾ ਕੋਲੋਂ ਤੇ ਬਹੁਤ ਕੁਝ ਸਾਨੂੰ ਮਿਲਦਾ ਵੀ ਹੈ, ਪਰ ਉਹ ਐਸਾ ਦਾਤਾ ਹੈ, ਅਣ ਮੰਗਿਆ ਦਾਨ ਦੇਵਨਾ, ਕਹੋ ਨਾਨਕ ਸੱਚ ਸਮਾਲ ਜਿਓ। ਕੁਛ ਮੰਗਾਂ ਸਾਡੇ ਅੰਦਰ ਪੈਦਾ ਨਹੀਂ ਹੁੰਦੀਆਂ, ਪਰ ਵਾਸਤਵਿਕ ਤੌਰ ਤੇ ਸਾਡੀ ਲੋੜ ਹੈ, ਉਹ ਅਣਮੰਗਿਆ ਹੀ ਦੇਈ ਜਾਂਦਾ ਹੈ। ਅਸੀਂ ਹਵਾ ਦੀ ਮੰਗ ਨਹੀਂ ਕਰਦੇ, ਪਰ ਇਹ ਮਿਲ ਤੇ ਰਹੀ ਹੈ ਨਾ, ਪ੍ਰਾਣ ਚੱਲ ਤੇ ਰਹੇ ਆ ਨਾ। ਦੁੱਖਾਂ ਦਾ ਮੂਲ ਕਾਰਨ ਇੱਛਾ ਹੀ ਹੈ। ਇੱਕ ਇੱਛਾ ਹੁੰਦੀ ਤਾਂ ਕਦੋਂ ਦੀ ਖਤਮ ਹੋ ਗਈ ਹੁੰਦੀ। ਇਹ ਤੇ ਇੱਛਾਵਾਂ ਦਾ ਪ੍ਰਵਾਹ ਹੈ। ਇੱਛਾਵਾਂ ਵੱਧਦੀਆਂ ਜਾ ਰਹੀਆਂ ਨੇ, ਦੁੱਖ ਵੱਧਦੇ ਜਾ ਰਹੇ ਨੇ। ਇੱਕ ਬੜੀ ਪ੍ਰਬਲ ਸੱਚਾਈ ਹੈ ਕਿ ਸਾਰਾ ਸੰਸਾਰ ਦੁਖੀ ਹੈ ਅਤੇ ਹਰ ਵਿਅਕਤੀ ਦੇ ਅੰਦਰ ਇੱਛਾਵਾਂ ਦੇ ਦਰਿਆ ਚੱਲਦੇ ਪਏ ਨੇ। ਇਹ ਨਹੀਂ ਕਿ ਬਹੁਤ ਅਮੀਰ ਹੈ ਤੇ ਉਹਦੇ ਅੰਦਰ ਕੋਈ ਇੱਛਾ ਨਹੀਂ, ਉਹਦੇ ਅੰਦਰ ਹੋਰ ਬੜੀਆਂ ਕਿਸਮ ਦੀਆਂ ਇੱਛਾਵਾਂ ਚੱਲ ਰਹੀਆਂ ਨੇ। ਜੋ ਕੁਝ ਸਾਨੂੰ ਅੱਜ ਤੱਕ ਮਿਲਿਆ ਹੈ ਸਾਡੀਆਂ ਮੰਗਾਂ ਨੇ, ਤੇ ਮੰਗਾਂ ਹਰ ਰੋਜ਼ ਵੱਧਦੀਆਂ ਜਾ ਰਹੀਆਂ ਨੇ, ਕਿਉਂਕਿ ਇੱਛਾਵਾਂ ਬਥੇਰੀਆਂ ਨੇ, ਜੀਵਨ ਛੋਟਾ ਹੈ, ਸਾਰੀਆਂ ਮੰਗਾਂ ਪੂਰੀਆਂ ਨਹੀਂ ਹੋ ਸਕਦੀਆਂ। ਕਾਮਨਾਵਾਂ ਦਾ ਇਹ ਪ੍ਰਵਾਹ ਜਨਮ ਮਰਨ ਦਾ ਪ੍ਰਵਾਹ ਬਣ ਜਾਂਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਪਵਿੱਤਰ ਫਰਮਾਨ ਦਿੱਤਾ ਹੈ, ਕਾਹੂ ਫਲ ਕੀ ਇੱਛਾ ਨਹੀਂ ਬਾਚੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਇਹ ਤੇ ਬੜਾ ਔਖਾ ਕੰਮ ਹੈ। ਯੂਰਪ ਦੇ ਦਾਰਸ਼ਨਿਕ ਐਸਾ ਕਹਿੰਦੇ ਨੇ ਕਿ ਹਿੰਦੁਸਤਾਨ ਦੇ ਸੰਤ ਬਿਲਕੁਲ ਪਾਗਲਪੁਣੇ ਦੀ ਗੱਲ ਕਰਦੇ ਨੇ। ਕਹਿੰਦੇ ਨੇ ਕਿ ਅਗਰ ਫਲ ਦੀ ਇੱਛਾ ਹੀ ਨਹੀਂ ਤੇ ਮਨੁੱਖ ਕੰਮ ਕਿਉਂ ਕਰੇਗਾ, ਕਰਮ ਕਿਉਂ ਕਰੇਗਾ, ਲੋੜ ਕੀ ਹੈ। ਕਿਸਾਨ ਫਲ ਦੀ ਇੱਛਾ ਪਹਿਲੇ ਰੱਖਦਾ ਹੈ, ਬੀਜ ਬਾਅਦ ਦੇ ਵਿੱਚ ਬੀਜਦਾ ਹੈ। ਦੁਕਾਨਦਾਰ ਫਲ ਦੀ ਇੱਛਾ ਪਹਿਲਾਂ ਰੱਖਦਾ ਹੈ ਤੇ ਦੁਕਾਨ ਬਾਅਦ ਵਿੱਚ ਖੋਲਦਾ ਹੈ। ਇਸੇ ਤਰ੍ਹਾਂ ਬਿਜ਼ਨਸਮੈਨ ਤੇ ਹੋਰ ਬੜਾ ਕੁਝ। ਮਨੁੱਖ ਫਲ ਤੋਂ ਰਹਿਤ ਹੋ ਜਾਏ ਤਾਂ ਕਰਮ ਤੋਂ ਰਹਿਤ ਹੋ ਜਾਵੇਗਾ। ਐਸਾ ਸਾਰੇ ਸੰਸਾਰ ਦੇ ਜਾਂ ਯੂਰਪੀ ਵਿਦਵਾਨਾਂ ਦੀ ਗੱਲ ਕਰ ਲਈਏ, ਕਰਮਾਂ ਦੀ ਗਤੀ ਹੈ ਫਲ ਦੀ ਇੱਛਾ ਦੇ ਨਾਲ। ਹੁਣ ਸਤਿਗੁਰੂ ਜੀ ਦੀ ਬਾਣੀ ਭਾਰਤ ਦੇ ਸਾਰੇ ਸੰਤ ਕੀ ਕਹਿੰਦੇ ਹਨ, ਉਹਨਾਂ ਨੂੰ ਡਿਫਾਈਨ ਕਰਦੀ ਹੈ, ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਜਦ ਕੀਰਤਨ ਸੁਣਨ ਬੈਠਾ ਹੈ, ਕੀਰਤਨ ਕਰਨ ਬੈਠਾ ਹੈ, ਪਾਠ ਕਰਨ ਬੈਠਾ ਹੈ ਜਾਂ ਸੁਣਨ ਬੈਠਾ ਹੈ, ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਬਿਲਕੁਲ ਕੋਈ ਇੱਛਾ ਨਾ ਰੱਖ, ਬਸ ਕਰਮ ਕਰ, ਜਪ ਕਰ, ਬਸ ਬਾਣੀ ਜਪੇ, ਕੀਰਤਨ ਕਰੇ, ਕੀਰਤਨ ਸੁਣੇ। ਫਲ ਦੀ ਇੱਛਾ ਕਿਉਂ ਰੱਖਦਾ? ਇਸ ਨੂੰ ਸੰਸਾਰੀ ਕਹਿੰਦੇ ਨੇ। ਇਹ ਤੇ ਸੰਸਾਰੀ ਲੋਕ ਨੇ, ਇਸੇ ਤਰ੍ਹਾਂ ਕਰਦੇ ਨੇ, ਇੱਛਾ ਤੋਂ, ਫਲ ਤੋਂ। ਇਹ ਸਾਰੇ ਕਰਮ ਪ੍ਰੇਰਿਤ ਹੁੰਦੇ ਨੇ। ਪਰ ਜਿਸ ਨੂੰ ਇਹ ਸਮਝ ਆ ਜਾਂਦੀ ਹੈ ਇੱਕ ਦਿਨ ਇਸ ਜੀਵਨ ਦਾ ਪ੍ਰਵਾਹ ਤੇ ਰੁਕ ਜਾਏਗਾ, ਪਰ ਇੱਛਾ ਦਾ ਪ੍ਰਵਾਹ ਚੱਲਦਾ ਰਹੇਗਾ। ਉਹਨਾਂ ਇੱਛਾਵਾਂ ਦਾ ਪ੍ਰਵਾਹ ਅਗਲਾ ਜਨਮ ਕਰ ਦੇਵੇਗਾ, ਹੋਰ ਅਗਲਾ ਜਨਮ। ਇਸੇ ਤਰੀਕੇ ਨਾਲ ਇਹ ਇੱਕ ਲੜੀ ਬਣ ਜਾਵੇਗੀ, ਚੱਲਦੀ ਰਹੇਗੀ। ਕੁਛ ਵੀ ਮੰਗੀਏ ਪੂਰਾ ਕਰਦਾ ਹੈ ਉਹ ਪਰਵਦਗਾਰ, ਆਖੇ ਮੰਗੇ ਦੇਹ ਦੇ ਦਿੰਦਾ ਹੈ। ਐਸਾ ਤੇ ਨਹੀਂ ਕਿ ਨਹੀਂ ਦਿੰਦਾ। ਮਨੁੱਖ ਆਪਣੀ ਮੰਗ ਦੇ ਪ੍ਰਤੀ ਸਾਵਧਾਨ ਨਹੀਂ। ਸੋ ਦੁੱਖਾਂ ਦਾ ਮੂਲ ਕਾਰਨ ਇੱਛਾਵਾਂ ਨੇ। ਆਪਾਂ ਕੋਸ਼ਿਸ਼ ਕਰੀਏ ਇੱਛਾਵਾਂ ਤੇ ਕੰਟਰੋਲ ਕਰੀਏ, ਘਟਾ ਲਈਏ। ਬਿਲਕੁਲ ਸਮਾਪਤ ਤੇ ਆਪਾਂ ਕਰ ਨਹੀਂ ਸਕਦੇ, ਕੋਈ ਆਪਾਂ ਜਤੀ ਸਤੀ ਨਹੀਂ, ਆਮ ਮਨੁੱਖ ਹਾਂ। ਪਰ ਕੋਸ਼ਿਸ਼ ਕਰੀਏ ਦੂਜਿਆਂ ਤੋਂ ਮੰਗਾਂ ਘੱਟ ਕਰੀਏ। ਜਿੰਨੀਆਂ ਇੱਛਾਵਾਂ ਨੇ ਆਪ ਪੂਰਨ ਦੀ ਕੋਸ਼ਿਸ਼ ਕਰੀਏ। ਉਹ ਸੱਚੇ ਪਿਤਾ ਪਰਮਾਤਮਾ ਨੂੰ ਕੁਝ ਸਮਾਂ ਕੱਢ